दारद देख सबको हंसै, ऐसी दशा हमारी। अष्ट दशा सिद्ध कर तले, सब कृपा तुम्हारी। तू जानत मैं किश नहीं, पव खंडन रामो। सकल जी शरणागति, प्रभु पूरन कामो। जो तेरी शरणागता, तिन नाही भार। ऊंच नीच तुम ते तरे, आलच संसार। कह रविदास अकथ कथा, बहु गाए करी जय। जैसा तू तैसा तू ही, क्या उपमा दीजै। दंडौत बंदन अनेक बार, सर्व कला समरथ। डोलन तेरा को प्रभु, नानक देकर हाथ। डोलन तेरा को प्रभु, नानक देकर हाथ। सहज श्री अकाल पुरख वाहिगुरु जी की गोद के अंदर जुड़ बैठे गुरु सवारे सत्संगी जनों। दुनिया के सब तो वड्डे दानी, सरवंस दानी, नीले दे सवार बाजा वाले माही, अमृत के दाते, दसवेश पिता गुरु गोबिंद सिंह महाराज जी की बख्शिश। पावन फतेह बड़े अदब सत्कार ते भावना दे विच भिज के आप समूह संतां ने फतेह दा जवाब फतेह विच देना जी। समूह संतां आओ रल के फतेह बुलाइए जियो। वाहिगुरू जी का खालसा, वाहिगुरू जी की फतेह। आज दे ये जो विशेष समागम है, ये ऑनलाइन गुरमत समागम उत्तराखंड दे मैं कह देवां जां मैनूं पंजाब वाले पासों भी कोई ऐसा समागम नजर नहीं आया, क्योंकि सारे ही गुरमुख प्यारे जिहड़े अपने घरां विच बैठ के ही वीडियो तैयार करके वो सोशल मीडिया ते भेज रहे ने, पा रहे ने। पर यह पहला गुरमत समागम है जिहदे विच उच्च कोटि दे जथे आपो अपनी सेवा निभा रहे ने, क्योंकि कितना किते साडे इंसानी सुभाव दे अंदर डर नाम दी एक चीज है, और वो डर महामारी के तौर पे साडे विच आया। उस महामारी ने जिथे सारी दुनिया की कमर तोड़ के रख दी, उथे साडी इस सरजमीन दे उत्ते भी बहुत कुछ साडे नाल पिछले 3 महीनों विच तुसीं हालात देखे। पर एक गल याद रख लेना, अज दे जिहड़े समागम है
ਇਹ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਨੂੰ ਸਮਰਪਿਤ ਹੈ। ਔਰ ਇਹ ਖਿਆਲ ਸਾਡੇ ਗੁਰਮੁਖ ਪਿਆਰੇ ਪਰਮ ਸਨਮਾਨਯੋਗ ਵੱਡੇ ਵੀਰ ਤਜਿੰਦਰ ਸਿੰਘ ਜੀ, ਜਾਂ ਇੰਜ ਕਹਿ ਦਿਏ ਕਿ ਐਸਪੀਟੀ ਫੂਡਸ ਜੋ ਫਰਮ ਹੈ, ਉਹਨਾਂ ਦੇ ਮਨਾਂ ਦੇ ਵਿੱਚ ਇਹ ਖਿਆਲ ਆਇਆ ਵੀ ਇੱਕ ਉਹ ਵੀ ਸਮਾਂ ਸੀ, ਇੱਕ ਉਹ ਵੀ ਦੌਰ ਸੀ ਵੀ ਜਦੋਂ 1595 ਦੇ ਵਿੱਚ ਪੰਜਾਬ ਦੀ ਧਰਤੀ ਉੱਤੇ ਕਾਲ ਪੈ ਗਿਆ। ਉਸ ਕਾਲ ਦੇ ਦੌਰਾਨ ਬੇਤਹਾਸ਼ਾ ਲੋਕਾਂ ਦੀਆਂ ਮੌਤਾਂ ਹੋਣੀਆਂ ਸ਼ੁਰੂ ਹੋ ਗਈਆਂ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਅੱਜ ਬਾਬਾ ਬੁੱਢਾ ਜੀ ਦੇ ਕੋਲ ਬੈਠੇ ਹੋਏ ਨੇ ਤੇ ਬਾਬਾ ਬੁੱਢਾ ਜੀ ਨੂੰ ਇਹ ਬਚਨ ਸਾਂਝੇ ਕੀਤੇ ਵੀ ਸਾਨੂੰ ਕੀ ਕਰਨਾ ਚਾਹੀਦਾ ਹੈ। ਤੇ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਸਤਿਗੁਰੂ ਤੁਸੀਂ ਸਮਰੱਥ ਹੋ ਸਭ ਕੁਝ ਕਰਨ ਦੇ, ਤੇ ਅਸੀਂ ਬੇਨਤੀ ਕਰਦੇ ਹਾਂ ਕਿ ਤੁਹਾਡਾ ਇੱਕ ਬਚਨ ਸਾਡੀ ਜ਼ਿੰਦਗੀ ਦਾ ਆਸਰਾ ਹੈ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਨੂੰ ਆਖਿਆ, ਇਸ ਦੀ ਹਰਮੰਦਰ ਸਾਹਿਬ ਜੀ ਦੀਆਂ ਜੋ ਇਮਾਰਤਾਂ, ਇਹ ਜੋ ਪਾਵਨ ਸਰੋਵਰ, ਇਹ ਸਾਰੇ ਦਾ ਸਾਰਾ ਕੰਮ ਰੋਕ ਦਿੱਤਾ ਜਾਵੇ। ਜਿੰਨੀ ਵੀ ਗੁਰੂ ਘਰ ਦੀ ਗੋਲਕ ਹੈ, ਸੇਵਾ ਹੈ, ਇਹ ਸਾਰੀ ਹੀ ਚੁੱਕੋ ਤੇ ਲਾਹੌਰ ਦੀ ਧਰਤੀ ਤੇ ਜਾਣਾ ਹੈ। ਲੇਨ ਪੂਲ ਨਾਂ ਦਾ ਇੱਕ ਅੰਗਰੇਜ਼ ਇਤਿਹਾਸਕਾਰ ਇਹ ਗੱਲ ਲਿਖਦਾ ਹੈ ਕਿ ਲਾਹੌਰ ਦੀਆਂ ਗਲੀਆਂ ਤੇ ਬਾਜ਼ਾਰਾਂ ਦੇ ਵਿੱਚ ਲਾਸ਼ਾਂ ਰੁਲਦੀਆਂ ਪਈਆਂ ਸੀ, ਉਹਨਾਂ ਦੇ ਨੇੜੇ ਕੋਈ ਨਹੀਂ ਆਂਦਾ ਸੀ। ਨੂਰ ਉਲ ਹਕ ਨਾਂ ਦਾ ਮੁਸਲਮਾਨ ਇਤਿਹਾਸਕਾਰ ਇਹ ਗੱਲ ਲਿਖਦਾ ਹੈ ਕਿ ਲਾਹੌਰ ਦੀ ਧਰਤੀ ਤੇ ਲੋਕ ਅੰਦਰੋਂ ਕੁੰਡੇ ਮਾਰ ਕੇ ਲੁਕ ਜਾਂਦੇ ਸੀ ਕਿ ਇਹ ਬਿਮਾਰੀ ਕਿਤੇ ਸਾਡੇ ਘਰ ਨਾ ਆ ਜਾਵੇ। ਪਰ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਗੁਰੂ ਦੀਆਂ ਗੋਲਕਾਂ ਉਸ ਲਾਹੌਰ ਦੀ ਧਰਤੀ ਤੇ ਲੈ ਕੇ ਪਹੁੰਚੇ ਜਿੱਥੇ ਮਹਾਮਾਰੀ ਦਾ ਪ੍ਰਕੋਪ ਆਇਆ ਹੋਇਆ ਸੀ। ਸੱਚੇ ਪਾਤਸ਼ਾਹ ਜੀ ਨੇ ਉੱਥੇ ਸੇਵਾਵਾਂ ਸ਼ੁਰੂ ਕਰ ਦਿੱਤੀਆਂ। ਉਹ ਉਸ ਮਹਾਮਾਰੀ ਤੋਂ ਡਰੇ ਨਹੀਂ ਤੇ ਨਾ ਉਹਨਾਂ ਨੇ ਕੁੰਡੇ ਮਾਰ ਕੇ ਅੰਦਰ ਲੁਕ ਕੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਸਗੋਂ ਉਹਨਾਂ ਨੇ ਮਨੁੱਖ ਮਾਤਰ ਦੀ ਉਸ ਵੇਲੇ ਜਥਾ ਜੋਗ ਜਿੰਨੀ ਵੀ ਸੇਵਾ ਹੋ ਸਕਦੀ ਸੀ ਮੇਰੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਸੇਵਾ ਕੀਤੀ। ਤੇ ਅੱਜ ਮੈਂ ਸਮਝਦਾ ਹਾਲਾਤ ਉਹੀ 1595 ਵਾਲੇ ਸਾਡੇ ਸਾਹਮਣੇ ਆ ਗਏ, ਜਦੋਂ ਹਰ ਪਾਸੇ ਮਹਾਮਾਰੀ ਹੈ। ਤੇ ਕਮਾਲ ਦੀ ਗੱਲ ਇਹ ਹੈ, ਕੁਝ ਸੁਜਵਾਨ ਵੀਰ ਜਿਨ੍ਹਾਂ ਦੇ ਮਨਾਂ ਵਿੱਚ ਖਿਆਲ ਇਹ ਹੈ ਕਿ ਠੀਕ ਹੈ ਕਿ ਅਸੀਂ ਗੁਰੂ ਘਰ ਦੇ ਵਿੱਚ ਬਹੁਤੀਆਂ ਸੰਗਤਾਂ ਇਕੱਠੀਆਂ ਨਹੀਂ ਕਰ ਸਕਦੇ, ਪਰ ਜੋ ਕੁਝ ਵੀ ਸਾਡੇ ਕੋਲ ਵਸੀਲੇ ਨੇ ਆਪਾਂ ਉਹਨਾਂ ਵਸੀਲਿਆਂ ਦੇ ਨਾਲ ਗੁਰੂ ਦੀ ਗੱਲ ਸੰਗਤਾਂ ਤੱਕ ਪਹੁੰਚਾਣੀ ਹੈ। ਔਰ ਐਸਪੀਟੀ ਫੂਡਸ ਵੱਲੋਂ ਇਹ ਜਿਹੜੇ ਗੁਰਮੁਖ ਸਮਾਗਮ ਉਲੀਕੇ ਗਏ ਨੇ ਵੱਡੇ ਵੀਰ ਦੀ ਸਰਦਾਰ ਤਜਿੰਦਰ ਸਿੰਘ ਜੀ ਦੇ ਪਰਿਵਾਰ ਵੱਲੋਂ, ਉਹਨਾਂ ਦਾ ਇੱਕੋ ਇੱਕ ਮੰਤਵ ਹੈ ਕਿ ਘਰਾਂ ਵਿੱਚ ਬੈਠ ਕੇ ਵੀ ਅਸੀਂ ਲੋਕਾਂ ਨੇ ਮੋਬਾਈਲ ਉੱਤੇ, ਤੁਸੀਂ ਦੇਖਦੇ ਹੋ ਸਮਾਜ ਵਿੱਚ ਕੀ ਕੁਝ ਵੱਧਦਾ ਪਿਆ, ਮੋਬਾਈਲ ਉੱਤੇ ਲੋਕਾਂ ਨੇ ਆਪਣੀਆਂ ਅੱਖਾਂ ਅੰਨੀਆਂ ਕਰ ਲੀਆਂ ਔਰ ਟੀਵੀ ਦੇ ਕੋਲ ਬੈਠ ਕੇ ਉਹ ਮੀਡੀਆ ਵਾਲੇ ਲੋਕਾਂ ਨੂੰ ਡਰਾਈ ਜਾ ਰਹੇ ਨੇ, ਆ ਹੋ ਜਾਵੇਗਾ ਉਹ ਹੋ ਜਾਵੇਗਾ।
पर किन्ने वधिया उपराले ने कि घरां विच बैठ के भी गुरु दी गल जिहड़ी है वो सुनाई जा सके। ये उद्यम उपराले कीते गए ने। देखो एक गल हमेशा याद रख लेना, मैं धन गुरु अर्जन देव महाराज जी दी बाणी दे विचों ही एक शब्द तुहाडे नाल साझा करना है। गुरु अर्जन देव महाराज सच्चे पातशाह जी दा ये पावन बचन राग टोटी दे अंदर 712 अंग दे उत्ते सुभाईमान है। मैं उस बचन दा जेकर सारांश साझा करा ते मैनू एक विद्वान सज्जन दी लिखी हुई गल सामने आ गई। ओ विद्वान सज्जन ने गल लिखदा है, कहंदे मेरे संसार विच कदी ऐसा नहीं होया कि कदी डोली ते अर्थी जेहड़ी आ ओ इकट्ठी चली होवे, पर एक बार ऐसा होया एक चौक ते एक चरस्ते ते एक गली दे विचों डोली चल के आ रही सी। ओनू 4 कहारां ने चुकिया होया ते दूसरी गली दे विचों एक अर्थी चल के आ रही सी। उस अर्थी नू भी 4 ने चुकिया होया। उस विद्वान दा समझाण दा एक तरीका है। ओ कहंदा जदों डोली ते अर्थी ये दोनों आके उस चौक ते उस चौराहे ते इकट्ठियां हो गईयां ते अर्थी जेहड़ी सी ना उसने डोली नूं सवाल कीता। मैं कोई टाइम पास कर नहीं रहा, मैं गुरु अर्जन देव महाराज जी दे उस पावन शब्द की व्याख्या करना चाहता हां साखी रूप दे विच। उस अर्थी ने डोली नूं सवाल कीता, कहन लगी है भैणे एक गल मैनूं दस कि तैनूं भी 4 ने मोढियां ते चुकिया होया ते मैनूं भी 4 ने मोढियां ते चुकिया होया, तेरे उत्ते भी फुੱਲ लगे होए ने ते मैनूं भी प्राणी मरदा है ते लोकी कहंदे उत्ते फुੱਲ माला पा दवो। गुरुद्वारा साहब विखे भी आंदियां ने संगतां कहंदे जी लोई पा दो फुੱਲ पा दवो। ये कुछ हुंदा है। उस अर्थी ने गल रखी कि तेरे उत्ते भी फुੱਲ सजाए गए ने, मेरे ते भी फुੱਲ सजाए गए ने, तैनूं भी 4 ने चुकिया होया, मैनूं भी 4 ने चुकिया होया, तेरे पिछे भी भीड़ चलदी पई है बरात दी ते मेरे पिछे भी भीड़ चलदी पई है दुनिया दी, और तेरे नाल ज्यादा हो सकता मेरे पिछे भीड़ ज्यादा होवे। अक्सर लोग अर्थी दे पिछे चलदे ने। चलो आखिरी बार दा समय है, अपने गुस्से गिले मिटा के लोग कहंदे चलो असि इन्ना तां सानू करना ही चाहिए, समाजिक तौर ते ये फर्ज तां सानू निभाना चाहिए। उस अर्थी ने डोली नूं आखिया तेरे पिछे भी लोग चलदे पे ने, मेरे पिछे भी लोग चलदे पे ने, तैनूं भी चौहां ने चुकिया, मैनूं भी चौहां ने चुकिया, तैनूं भी फुੱਲਾਂ ने शिंगारिया, मैनूं भी फुੱਲਾਂ ने शिंगारिया होया, पर की कारण है ए डोली जो तेरे पिछे लोग चलदे पे ने, हसदे पे ने, खेडदे पे ने, पर मेरे पिछे जिन्ने चलदे पे ने सारे रोंदे पे ने, पिटदे पे ने, स्यापा करदे पे ने। की कारण है? उस डोली ने अर्थी नूं एक गल समझा दी, कहन लगी भैणा तेरे ते मेरे विच एक फर्क है। मैं अपनी मर्जी दे नाल नहीं जा रही। देख घोड़े दे उत्ते जिन्हों महाराज जी की बाणी विच गल बचन आखे ने कि होवे सिफत खसम दी नूर अरसों उरसों चटी है, तुद डिठे सच्चे पातशाह मल जन्म जन्म दी कटी है। खसम लफ्ज आया है गुरु ग्रंथ साहिब की बाणी विच ते खसम दा अर्थ हुंदा है मालिक। आखो सतनाम श्री वाहिगुरू। कहने लगे डोली ने जवाब दिता तू भी चलती पई है, मैं भी चलती पई है, पर एक गल याद रखी मैं उस पासे जा रही हूं जिधर मेरा खसम मेरा मालिक जा रहा है। मेरा मालिक जिस घर विच जा रहा, जिथे लेके मैनूं जा रहा, मैं उस पासे नूं चलदी पई हां, पर मैनूं माफ कर देना तू भी तुरदी पई है, तू भी चलदी पई है, पर तेरा खसम तेरे नाल नहीं।
ध्यान देना, मनुखी जीवन, ए मनुखी जीवन दा जो सिस्टम है, ये जो जीवन चलता पिया, ये डोली की तरह भी चल सकता है, ये अर्थी की तरह भी चल सकता है। अर्थी की तरह चलांगे तब विछोड़े पैंदे ने, डोली की तरह जाते हैं तो मिलाप होता है। आखो सतनाम श्री वाहिगुरू। दो परिवारों का मिलाप है, परौणाचारी का मिलाप है। उस डोली ने आखिया मैं अपने खसम के पीछे पीछे जा रही हूं, अपने मालिक के पीछे पीछे जा रही हूं। तू जिथे भी जावेगी या जिथों तू चल के आई है, तू तो सिर्फ विछोड़े पाए ने, पर मैं जिथे भी जावांगी मैं संबंध बना के रखांगी, मैं सारे का मिलाप करवा देवांगी और मैं अपने मालिक के पीछे जा रही हूं। यही कुछ साडी जिंदगी है। गुरु अर्जन देव सच्चे पातशाह जी के पावन बचन मानुख टोडी महला पंजवा 712 अंग के पावन बचन है। मानुख बिन पूछे बिरथा आया। कहंदे दुनिया दे उत्ते संसार दे उत्ते मनुख आउंदा है, पर जे उस वे समझ ही नहीं पई कि मैं अपनी जिंदगी नूं किवें जीउणा, एक ओ भी रस्ता जेड़ा मेरा मालिक दे पीछे जांदा पिया है। ਅਸੀਂ ਕਹਿੰਦੇ ਨੇ ਖਾਲਸਾ ਪੰਥ, ਗੁਰੂ ਪੰਥ, ਪੰਥ ਦਾ ਮਤਲਬ ਹੀ ਰਸਤਾ ਹੁੰਦਾ। ਉਹ ਰਸਤਾ ਮੈਂ ਖਾਲਸਾ ਪੰਥ ਵਿੱਚ ਸ਼ਾਮਲ ਹੋ ਗਿਆ, ਮੈਂ ਉਸ ਰਸਤੇ ਤੇ ਚੱਲ ਪਿਆ ਜੋ ਮੇਰੇ ਗੁਰੂ ਗੋਬਿੰਦ ਸਿੰਘ ਜੀ ਦਾ ਰਸਤਾ ਹੈ, ਜੋ ਮੇਰੇ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਰਸਤਾ, ਮੈਂ ਉਸ ਰਸਤੇ ਤੇ ਚੱਲਦਾ ਪਿਆ। ਜੇਕਰ उस रस्ते से चलते पे और समझ आ गई कि मेरी जिंदगी की मंजिल की है, मेरे मालिक का घर केड़ा, मैं अपने मालिक के घर विच पहुंचना, समझ लेना कि जीवन पूरा हो गया, जीवन संपूर्ण हो गया। पर धन गुरु अर्जन देव महाराज सच्चे पातशाह जी समझाउंदे ने, जे जीवन की समझ ना आई, मानुख बिन पूछे बिरथा आया, अनक साज श्रृंगार करता, ज्यों मृतक उठाया। कहंदे सजना जे तेनू समझना है अपने जीवन दी, तो एक गल याद रखी, तेरा जीवन उस अर्थी वर्गा है, उस मरे हुए मनुख की अर्थी वर्गा। फिर ध्यान देना जी, कोई औखा शब्द नहीं है। 712 अंग दे उत्ते राग टोटी दे अंदर मानुख बिन पूछे बिरथा आया, अनक साज श्रृंगार करता, ज्यों नृतक उठाया। कहंदे सजना तू अपने जीवन विच किन्ना भी चज आचार ते श्रृंगार कर लवे, पर जेकर तेनू अपने जीवन की समझ ना आई ते तेरा जीवन इंज होवेगा जो मृतक उठाया। जिवें किसी मृतक बंदे दी अर्थी दे उत्ते लोकी फुੱਲ चढ़ा दिंदे ने, पर किसी दे मन विच कोई खुशी नहीं हुंदी, किसी दे मन विच कोई खेड़ा नहीं हुंदा। कहंदे सजना तेरे जीवन दे विच भी कोई खेड़ा नहीं होवेगा जे तू अपने गुरु दे पिछे ना चल सकिया, जे तेनू जीवन दी समझ ना आ सकी। और मैं एक बेनती कर देना, सिकंदर बादशाह की कुल उम्र 33 साल हुई है जी, 33 साल की उम्र। और ओ सिकंदर बादशाह जुनान को चलिया सी, और ओ चलदा चलदा हिंदू कुश दियां पहाड़ियां नूं पार करके, एशिया माइनर नूं पार करके पंजाब की धरती ते पहुंचिया, और इथों वो वापस चला जांदा, रस्ते विच ओदी मौत हो जांदी है। तड़पदा है, दुखी है कि मैं 33 साल की उम्र विच राज भाग तां बहुत कीता, पर मैं फिर भी जेड़ा अजे तक मन विच कोई सुकून नहीं है, मैंने मौत ने आके दबोच लिया है। 33 साल की उम्र, तुसीं हैरान हो जाओगे। गुरु अर्जन देव सच्चे पातशाह जी की कुल हयाती, कुल उम्र 43 साल। गुरु गोबिंद सिंह सच्चे पातशाह जी की कुल हयाती, कुल उम्र गुरु गोबिंद सिंह महाराज जी की 42 साल है। 43 साल गुरु अर्जन देव महाराज जी,
ਤੇ 42 ਸਾਲ ਜਿਹੜੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ। ਜੋ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ 43 ਸਾਲ ਦੀ ਉਮਰ ਵਿੱਚ ਕਰ ਗਏ, ਉਹ ਕੋਈ ਹੋਰ ਨਹੀਂ ਕਰ ਸਕਦਾ। ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 42 ਸਾਲ ਦੀ ਉਮਰ ਵਿੱਚ ਕਰ ਗਏ, ਉਹ ਵੀ ਕੋਈ ਹੋਰ ਨਹੀਂ ਕਰ ਸਕਦਾ। ਇੱਕ ਗੁਰੂ ਜਿਸ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ, ਹਿੰਦੁਸਤਾਨ ਦਾ ਇਤਿਹਾਸ ਬਦਲ ਕੇ ਰੱਖ ਦਿੱਤਾ। ਇੱਕ ਗੁਰੂ ਜਿਸ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ, ਹਿੰਦੁਸਤਾਨ ਦੀ ਵਿਚਾਰਧਾਰਾ ਨੂੰ ਬਦਲ ਕੇ ਰੱਖ ਦਿੱਤਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਜਣਾ ਹੋਈ, ਮੈਂ ਇੱਕ ਬੇਨਤੀ ਜ਼ਰੂਰ ਕਰ ਦੇਵਾਂ, ਜਿਹੜਾ ਸਰੀਰ ਹੈ ਉਹ ਪੰਥ ਹੈ, ਜਿਹੜੀ ਆਤਮਾ ਹੈ ਉਹ ਗ੍ਰੰਥ ਹੈ। ਸਾਡੇ ਕਈ ਯੋਧੇ ਸ਼ਹੀਦ ਹੋਏ, ਆਪਾਂ ਵੀ ਸੰਸਾਰ ਤੋਂ ਚਲੇ ਜਾਣਾ, ਸਰੀਰ ਹੈ ਬਿਨਸਨਹਾਰ ਹੈ, ਪਰ ਜਿਹੜੀ ਆਤਮਾ ਹੈ ਨਾ ਉਹ ਸਦਾ ਰਹਿਣ ਵਾਲੀ ਹੈ। ਜਪਜੀ ਸਾਹਿਬ ਦੀ ਬਾਣੀ ਅੱਜ ਤੋਂ 552-53 ਸਾਲ ਪਹਿਲਾਂ ਉਚਾਰਨ ਕੀਤੀ ਸੀ, ਉਹ ਜਪਜੀ ਸਾਹਿਬ ਦੀ ਅੱਜ ਵੀ ਬਾਣੀ ਜਿਹੜੀ ਹੈ ਅੰਮ੍ਰਿਤ ਵੇਲੇ ਕਰੋੜਾਂ ਸੰਗਤਾਂ ਵੱਲੋਂ ਪੜ੍ਹੀ ਜਾਂਦੀ ਹੈ। ਜਿਹੜੀ ਆਤਮਾ ਹੈ ਉਹ ਸਰੀਰ ਬਦਲਦੀ ਹੈ, ਪਰ ਉਹ ਸਦਾ ਰਹਿੰਦੀ ਹੈ। ਗੁਰੂ ਪੰਥ ਸਰੀਰ ਹੈ, ਜਿਹਦੀ ਰਚਨਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀਤੀ, ਤੇ ਅੱਜ ਉਹ ਪੰਥ ਸਾਡੇ ਬਜ਼ੁਰਗ ਸ਼ਹਾਦਤਾਂ ਦਾ ਜਾਮ ਪੀ ਗਏ, ਪਰ ਅੱਜ ਦੇਖੋ ਪੰਥ ਸਾਡਾ ਫਿਰ ਵੀ ਚੜ੍ਹਦੀ ਕਲਾ ਵਿੱਚ ਹੈ। ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਮੇਰੇ ਸਤਿਗੁਰਾਂ ਦੀ ਜਿਹੜੀ ਬਾਣੀ ਹੈ, ਅੱਜ ਸਿੱਖ ਦਾ ਜੀਵਨ ਜਾਚ, ਸਿੱਖ ਦੀ ਆਤਮਾ ਬਣ ਚੁੱਕੀ ਹੈ। ਸਿੱਖ ਜਿਹੜਾ ਆਪਣੇ ਗੁਰੂ ਤੋਂ ਬਿਨਾ, ਆਪਣੀ ਬਾਣੀ ਤੋਂ ਬਿਨਾ ਜੀ ਨਹੀਂ ਸਕਦਾ। ਐਸੇ ਮਹਾਨ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀਆਂ ਜੇ ਬਖਸ਼ਿਸ਼ਾਂ ਦੀ ਗੱਲ ਕਰੀਏ, ਮੈਂ ਥੋੜਾ ਜਿਹਾ ਉਹਨਾਂ ਦੇ ਜੀਵਨ ਦੇ ਵਿੱਚ ਹੱਥ ਪਾਉਣਾ ਚਾਹੁੰਦਾ ਹੈ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਜੋ ਪ੍ਰਕਾਸ਼ ਹੈ, ਉਹ 15 ਅਪ੍ਰੈਲ 1563 ਨੂੰ, ਜਿਹਨੂੰ ਅਸੀਂ ਗੋਇੰਦਵਾਲ ਸਾਹਿਬ ਦੀ ਧਰਤੀ ਆਖਦੇ ਹਾਂ, ਗੋਇੰਦਵਾਲ ਸਾਹਿਬ ਦੀ ਧਰਤੀ ਜਿੱਥੇ ਭਾਈ ਗੁਰਦਾਸ ਜੀ ਦਾ ਅਕਾਲ ਚਲਾਣਾ ਹੋਇਆ, ਗੋਇੰਦਵਾਲ ਸਾਹਿਬ ਦੀ ਧਰਤੀ ਜਿੱਥੇ ਮਾਤਾ ਭਾਨੀ ਜੀ ਦਾ ਅਕਾਲ ਚਲਾਣਾ ਹੋਇਆ, ਗੋਇੰਦਵਾਲ ਸਾਹਿਬ ਦੀ ਧਰਤੀ ਜਿੱਥੇ ਗੁਰੂ ਰਾਮਦਾਸ ਮਹਾਰਾਜ ਜੀ ਦਾ ਅਕਾਲ ਚਲਾਣਾ ਹੋਇਆ, ਗੋਇੰਦਵਾਲ ਸਾਹਿਬ ਦੀ ਧਰਤੀ ਜਿੱਥੇ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਅਕਾਲ ਚਲਾਣਾ ਹੋਇਆ, ਗੋਇੰਦਵਾਲ ਸਾਹਿਬ ਦੀ ਧਰਤੀ ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੋਇਆ, ਗੋਇੰਦਵਾਲ ਸਾਹਿਬ ਦੀ ਧਰਤੀ ਜਿੱਥੇ ਭਾਈ ਜੇਠਾ ਜੀ ਨੇ 26 ਸਾਲ ਗੁਰੂ ਘਰ ਵਿੱਚ ਟਹਿਲ ਸੇਵਾ ਕੀਤੀ, ਗੋਇੰਦਵਾਲ ਸਾਹਿਬ ਦੀ ਉਹ ਧਰਤੀ ਜਿੱਥੇ ਮੇਰੇ ਦਾਤਾਰ ਨੇ ਬੋਲੀ ਸਾਹਿਬ ਬਣਾ ਕੇ, ਜਿਹਦੀਆਂ ਅੱਜ ਵੀ 84 ਪੌੜੀਆਂ ਤੁਸੀਂ ਦੇਖਦੇ ਹੋ, ਜਿੱਥੇ ਸਿੰਘ ਸੰਗਤਾਂ ਦੇ ਕੋਲੋਂ ਸੇਵਾ ਕਰਵਾਈ, ਗੋਇੰਦਵਾਲ ਸਾਹਿਬ ਦੀ ਧਰਤੀ ਜਿੱਥੇ ਅਕਬਰ ਬਾਦਸ਼ਾਹ ਨੰਗੀ ਪੈਰੀ ਚੱਲ ਕੇ ਆਇਆ ਸੀ, ਉਸ ਗੋਇੰਦਵਾਲ ਸਾਹਿਬ ਦੀ ਧਰਤੀ ਨੂੰ ਭਾਗ ਲੰਦਿਆਂ ਹੋਇਆ ਇੱਕ ਸਮਾਂ ਆਇਆ ਜਦੋਂ 1558 ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਦੇ ਗ੍ਰਹਿ ਵਿਖੇ, ਉਸ ਵੇਲੇ ਗੁਰੂ ਰਾਮਦਾਸ ਮਹਾਰਾਜ ਜੀ ਨਹੀਂ ਸਨ, ਸਿਰਫ ਭਾਈ ਜੇਠਾ ਜੀ ਸੀ। ਧਿਆਨ ਦੇਣਾ, 1558 ਦੇ ਵਿੱਚ ਭਾਈ ਜੇਠਾ ਜੀ ਦੇ ਗ੍ਰਹਿ ਵਿਖੇ ਇੱਕ ਪੁੱਤਰ ਦਾ ਜਨਮ ਹੁੰਦਾ ਹੈ, ਜਿਸ ਦਾ ਨਾਮ ਪ੍ਰਿਥੀ ਚੰਦ ਰੱਖਿਆ ਜਾਂਦਾ ਹੈ। 1560 ਦੇ ਵਿੱਚ ਦੂਸਰੇ ਪੁੱਤਰ ਦਾ ਜਨਮ ਹੁੰਦਾ ਹੈ, ਜਿਸ ਦਾ ਨਾਮ ਮਹਾਦੇਵ ਰੱਖਿਆ ਜਾਂਦਾ ਹੈ। ਫਿਰ ਉਹ ਵੀ ਮੁਬਾਰਕ ਘੜੀ ਆਈ ਜਦੋਂ 15 ਅਪ੍ਰੈਲ 1563 ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਹੁੰਦਾ ਹੈ। ਮਾਤਾ ਭਾਨੀ ਜੀ ਦੀ ਕੁੱਖ ਨੂੰ ਭਾਗ ਲੱਗੇ, ਭਾਈ ਜੇਠਾ ਜੀ ਦੇ ਉੱਤੇ ਗੁਰੂ ਅਮਰਦਾਸ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਹੋਈਆਂ ਤੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪ੍ਰਕਾਸ਼
ਗੋਇੰਦਵਾਲ ਸਾਹਿਬ ਦੀ ਧਰਤੀ ਤੇ ਹੋਇਆ ਤੇ ਗੁਰਗੱਦੀ ਤੇ ਵਿਰਾਜਮਾਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਜ਼ਿੰਦਗੀ ਦੇ ਪਹਿਲੇ 11 ਸਾਲ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਨਾਨਾ ਗੁਰੂ ਜੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਗੋਦ ਵਿੱਚ ਗੁਜ਼ਾਰੇ। ਧਿਆਨ ਦੇਣਾ 1574 ਦੇ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੋਤੀ ਜੋਤ ਸਮਾ ਜਾਂਦੇ ਨੇ। ਭਾਈ ਜੇਠਾ ਜੀ ਨੂੰ ਗੁਰਿਆਈ ਦਾ ਤਿਲਕ ਦਿੱਤਾ ਜਾਂਦਾ ਹੈ ਤੇ ਭਾਈ ਜੇਠਾ ਜੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਉਸ ਭਾਈ ਜੇਠਾ ਜੀ ਦੇ ਗ੍ਰਹਿ ਵਿਖੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਪ੍ਰਕਾਸ਼ ਹੋਇਆ। ਜ਼ਿੰਦਗੀ ਦੇ 11 ਸਾਲ ਨਾਨਾ ਗੁਰੂ ਦੀ ਗੋਦ ਵਿੱਚ ਉਹਨਾਂ ਨੇ ਜਿਹੜੇ ਗੁਜ਼ਾਰੇ ਨੇ। ਉਸ ਤੋਂ ਬਾਅਦ 1577 ਦੇ ਵਿੱਚ ਗੁਰੂ ਰਾਮਦਾਸ ਮਹਾਰਾਜ 76 ਦੇ ਵਿੱਚ ਗੁਰਗੱਦੀ ਤੇ ਵਿਰਾਜਮਾਨ ਹੋ ਜਾਂਦੇ ਨੇ। 3 ਸਾਲ ਬਾਅਦ 1577 ਦੇ ਵਿੱਚ 700 ਅਕਬਰੀ ਮੋਹਰਾਂ ਦੇ ਕੇ ਤੁੰਗ ਪਿੰਡ ਦੀ ਜ਼ਮੀਨ ਖਰੀਦੀ ਗਈ। ਗੁਮਟਾਲਾ ਤੇ ਤੁੰਗ ਇਹਨਾਂ ਪਿੰਡਾਂ ਦੀ 700 ਅਕਬਰੀ ਮੋਹਰਾਂ ਦੇ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਜ਼ਮੀਨ ਖਰੀਦੀ ਹੈ, ਜਿੱਥੇ ਅੱਜ ਸ੍ਰੀ ਅੰਮ੍ਰਿਤਸਰ ਦੀ ਧਰਤੀ ਜਿਹੜੀ ਹੈ ਉਹ ਸੁਭਾਇਮਾਨ ਹੈ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਜਿੱਥੇ ਬਹੁਤ ਹੀ ਸਹਿਜ ਸੁਭਾਅ ਦੀ ਅਵਸਥਾ ਦੇ ਵਿੱਚ ਸਨ, ਉੱਥੇ ਪ੍ਰਿਥੀ ਚੰਦ ਜਿਹੜਾ ਸੀ ਉਹ ਬੜੀਆਂ ਚਾਲਾਂ ਖੇਡਦਾ ਸੀ, ਚਲਾਕੀਆਂ ਦਿਖਾਉਂਦਾ ਸੀ। ਪਰ ਇੱਕ ਮੈਂ ਬੇਨਤੀ ਜ਼ਰੂਰ ਕਰਦੇ ਮੈਂ ਸਾਧ ਸੰਗਤ ਜੀ, ਜ਼ਿੰਦਗੀ ਦੇ ਵਿੱਚ ਚਲਾਕ ਸਿਆਣੇ ਹੋਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਦੁਨੀਆ ਤੁਹਾਨੂੰ ਜਿਉਣ ਨਹੀਂ ਦੇਵੇਗੀ। ਜ਼ਿੰਦਗੀ ਵਿੱਚ ਮਨੁੱਖ ਦੇ ਕੋਲ ਸਿਆਣਪ ਤੇ ਚਲਾਕੀ ਹੋਣੀ ਬਹੁਤ ਜ਼ਰੂਰੀ ਹੈ। ਪਰ ਇੱਕ ਗੱਲ ਯਾਦ ਰੱਖ ਲੈਣਾ, ਸਮਾਜ ਦੇ ਵਿੱਚ ਤੁਸੀਂ ਸਫਲ ਹੋਣਾ ਹੈ, ਤੁਸੀਂ ਚਲਾਕ ਹੋਵੋ, ਤੁਸੀਂ ਸਿਆਣੇ ਹੋਵੋ। ਪਰ ਜੇ ਗੁਰੂ ਘਰ ਦੇ ਵਿੱਚ ਬਖਸ਼ਿਸ਼ਾਂ ਪਾਣੀਆਂ ਨੇ ਤਾਂ ਮੇਰੇ ਸਤਿਗੁਰਾਂ ਦਾ ਪਾਵਨ ਬਚਨ ਹੈ, ਕਹਿੰਦੇ ਗੁਰ ਕੀ ਮਤ ਤੂੰ ਲੈ, ਸਿਆਣੇ ਨਹੀਂ ਕਿਹਾ, ਇਹ ਆਣੇ ਕਿਹਾ। ਸਿਆਣਾ ਬੰਦਾ ਕਦੀ ਕਿਸੇ ਦੀ ਮਤ ਕਿਉਂ ਲਵੇਗਾ? ਜਿਹੜਾ ਚਲਾਕ ਬੰਦਾ, ਸਿਆਣਾ ਬੰਦਾ, ਉਹ ਕਦੀ ਕਿਸੇ ਦੀ ਗੱਲ ਨਹੀਂ ਸੁਣਦਾ। ਪ੍ਰਿਥੀ ਚੰਦ ਵੀ ਕਿਸੇ ਦੀ ਗੱਲ ਨਹੀਂ ਸੁਣਦਾ ਸੀ। ਬੇਸ਼ੱਕ ਬਾਬਾ ਬੁੱਢਾ ਜੀ ਨੇ ਸਮਝਾਇਆ, ਭਾਈ ਗੁਰਦਾਸ ਜੀ ਨੇ ਸਮਝਾਇਆ, ਭਾਈ ਬਹਿਲੋ ਜੀ ਨੇ ਸਮਝਾਇਆ, ਪਰ ਉਹਨਾਂ ਨੇ ਜਿਹੜਾ ਹੈ ਆਪਣੇ ਜੀਵਨ ਵਿੱਚ ਕਦੀ ਕਿਸੇ ਦੀ ਮਤ ਨਹੀਂ ਲਈ, ਕਿਉਂਕਿ ਮਨ ਜਿਹੜਾ ਹੈ ਉਹ ਕਹਿੰਦਾ ਸੀ ਕਿ ਮੈਂ ਸਿਆਣਾ ਹਾਂ। ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਨੇ, ਕਹਿੰਦੇ ਗੁਰ ਕੀ ਮਤ ਤੂੰ ਲੇਹ ਇਹ ਆਨੇ ਭਗਤ ਬਿਨਾ ਬਹੁਤ ਡੁੱਬੇ, ਸਿਆਣੇ ਜਦੋਂ ਵੀ ਡੁੱਬੇ ਆ ਤੇ ਸਿਆਣੇ ਡੁੱਬੇ ਆ। ਇਹ ਆਣਿਆਂ ਦੀ ਤਾਂ ਉਹ ਆਪ ਹੀ ਬਾਹ ਫੜ ਲੈਂਦਾ, ਆਪ ਹੀ ਬਾਹ ਫੜ ਲੈਂਦਾ। ਪ੍ਰਿਥੀ ਚੰਦ ਸਿਆਣਾ ਸੀ, ਚਲਾਕ ਸੀ, ਪਰ ਮਹਾਰਾਜ ਜੀ ਨੇ ਸਾਨੂੰ ਜਿਹੜਾ ਪਹਿਲਾ ਸਬਕ ਸਿਖਾਇਆ, ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਸੱਜਣਾ, ਸੰਸਾਰ ਵਿੱਚ ਤੂੰ ਚਲਾਕੀਆਂ ਕਰੇ, ਸਿਆਣਪਾ ਕਰੇ, ਪਾਪ ਕਰਦਾ ਹੈ, ਲੋਕਾਂ ਦਾ ਹੱਕ ਮਾਰਦਾ, ਝੂਠ ਬੋਲਦਾ, ਫਰੇਬ ਕਰਦਾ, ਪਰ ਤੇਰੇ ਕੋਲ ਇੱਕ ਥਾਂ ਤਾਂ ਐਸੀ ਹੋਣੀ ਚਾਹੀਦੀ ਹੈ ਜਿੱਥੇ ਆ ਕੇ ਆਖੇ ਨਹੀਂ ਮਨਾ। ਮੈਨੂੰ ਕਈ ਲੋਕੀ ਪੁੱਛਦੇ ਨੇ ਵੀ ਦੁਨੀਆ ਦਾ ਸਭ ਤੋਂ ਖਤਰਨਾਕ ਜਾਨਵਰ ਕਿਹੜਾ? ਮੈਂ ਕਹਿੰਦਾ ਹੁੰਦਾ ਸਭ ਤੋਂ ਖਤਰਨਾਕ ਜਾਨਵਰ ਸੱਪ ਹੈ। ਪਰ ਤੁਸੀਂ ਹੈਰਾਨ ਹੋ ਜਾਵੋਗੇ, ਸੱਪ ਦੇ ਨਾਲੋਂ ਵੀ ਖਤਰਨਾਕ ਜੇਕਰ ਕੋਈ ਚੀਜ਼ ਹੈ ਉਹ ਕੋਈ ਹੋਰ ਹੈ। ਸੱਪ ਸਾਰਾ ਦਿਨ ਚੱਲਦਾ ਹੈ, ਵੱਲ ਵਿੰਗ ਮਾਰ ਕੇ ਚੱਲਦਾ ਹੈ, ਉਹ ਸਿੱਧਾ ਨਹੀਂ ਚੱਲਦਾ। ਸੱਪ ਸਾਰਾ ਦਿਨ ਤੁਰਦਾ ਹੈ, ਭੱਜਦਾ ਹੈ, ਉਹ ਵੱਲ ਵਿੰਗ ਮਾਰ ਕੇ ਚੱਲਦਾ, ਪਰ ਜਦੋਂ ਆਪਣੇ ਘਰ ਆਪਣੀ ਖੁੱਡ ਵਿੱਚ ਆ ਜਾਂਦਾ ਹੈ ਨਾ, ਉਹ ਸਿੱਧਾ ਹੋ ਕੇ ਦੇ ਵਿੱਚ ਵੜਦਾ ਹੈ। ਪਰ ਆ ਮੇਰਾ ਜਿਹੜਾ ਮਨ ਹੈ, ਇਹ ਮਨ ਸਾਰਾ ਦਿਨ ਵਿੰਗੀਆਂ ਟੇਡੀਆਂ ਚਾਲਾਂ ਖੇਡਦਾ,
पर ਇਹਦੀ बदकिस्मती है कि अपने घर विच भी आके अपनी चलाकियां नहीं छड्डदा है। गुर की मत तू लेह आने, भगत बिना बहुत डुबे सियाने। पिरथी चंद जिथे चलाकियां खेडदा सी, सियाणपा करदा सी, धन साहब श्री गुरु अर्जन देव सच्चे पातशाह जी उथे गुरु के भाणे नूं मनण वाले सन। जिस दी मां ही भानी होवे ओ गुरु दा भाणा क्यों नहीं मनदा? ध्यान देना, असी एक गल मैं होर बेनती करदे मैं जांदा जांदा भी असी भाणा लफ्ज जिहड़ा है ना वो मौत नाल जोड़िया होया हो सकदा। इस स्टेज ते भी मैं कई बार सांझ पाई होवे, भाणा लफ्ज मौत नाल जोड़िया होया, पर भाणा लफ्ज मौत दे नाल नहीं जुड़दा। भाणा लफ्ज तां साडे जन्म नाल भी जुड़िया होया। जां तिस भाणा तां जम्मिया, परिवार भला पाया, लिव छुटकी लगी तृष्णा, माया अमर बताया। ए माया जित हर विसरै, ए माया अमर वरताया, ए माया जित हर विसरै, मोह उपजे भाओ दूजा लाया। कहंदे जां तिस भाणा तां जम्मिया, साडा जन्म ही ओदे भाणे विच होया। ओदे भाणे दे विच ही खसमे सोई भावदा, खसमे दा जिस भाणा भावै। भाणा मन्नै मन्नी है, अपना भाणा आप मनावै। मालक समझाउंदे ने, कहंदे सजना जिंदगी दे विच ओदे भाणे विच चलण दी तू जेड़ा कोशिश कर। ते गुरु अर्जन देव सच्चे पातशाह जी ओदी रज़ा विच उन्हां दे जीवन दे 43 साल ओदे भाणे विच चले, ओदी रज़ा विच चले ने। जदों गुरु अर्जन देव सच्चे पातशाह मेरे दातार उन्हां दी उम्र 17-18 सालां दी हो जाती है। मेरे कहने का मतलब की है कि 1577 दे विच तुंग पिंड तो जमीन खरीद के श्री अमृतसर दा नगर वसाया गया। 1583 दे विच धन गुरु रामदास महाराज ज्योति जोत समांदे ने। 1599 दे विच धन गुरु अर्जन देव सच्चे पातशाह जी दा विआह हुंदा है। 1588 दे विच मेरे दातार श्री हरमंदर साहब दी नींह रखदे ने। 1590 दे विच मेरे दातार जेड़े ने तरन तारण साहब दा नगर वसांदे ने। 1593 दे विच धन गुरु अर्जन देव सच्चे पातशाह जी मेरे कृपालू दाता श्री करतारपुर साहब, साडे को तलवंडियां भी दो ने ते करतारपुर साहब भी दो ने। साबो की तलवंडी बठिंडा, रायपुर की तलवंडी श्री ननकाना साहब, करतारपुर जेदा लांघा खुलिया पाकिस्तान, करतारपुर जो जलंधर शहर दे कोल है, थोड़ी दूर है, वो भी करतारपुर साहब है। गुरु अर्जन देव सच्चे पातशाह जी ने अपनी विचारधारा संतां तक पहुंचाने दे लई जो उद्यम कीता, तरन तारण साहब दा नगर वसाया गया। श्री हरमंदर साहब की रचना हुई, श्री करतारपुर साहब दा नगर वसाया। ते सच करके जानियो 43 के साल दी छोटी जी निकड़ी जी उम्र, पर उस उम्र दे विच जज्बा कितना वड्डा सी। मेरे दातार सच्चे पातशाह जी ने उस वेले 3 साल दिन रात मेहनत करके धन गुरु ग्रंथ साहिब सच्चे पातशाह दी सिरजना की। 15 भगतां दी बाणी गुरु ग्रंथ साहिब सच्चे पातशाह के अंदर दर्ज हुई। और भाई गुरदास जी वर्गे जिन्हां कोलों लिखण दी सेवा लई गई, बाबा बुड्ढा जी वर्गे जिन्हां ने श्री हरमंदर साहब दी सेवा कीती, भाई बैलो वर्गे, भाई मंझ वर्गे। मैं एक बेनती होर कर देवां, मेरे सतगुर दा जीवन बहुत वड्डा है, पर मैं शहादत वाले पासे आना चाहुंदा कि उन्हां दी शहादत दा मूल कारण की सी। मैं बेनती कर देवां, मनुखी सुभाव दी ए फितरत है, मनुख कदी भी अपने दे नालों किसी होर नूं ताकतवर चढ़दी कला वाला देखना पसंद नहीं करता। ध्यान देना, ये मनुखी सुभाव दी फितरत है कि कदी भी इंसान जिहड़ा है, असीं तां कोयल नूं बदनाम कीता होया। कहंदे जिहड़ी कोयल हुंदी है ना, अपने अंडियां नूं
ਉਹ ਕਿਸੇ ਕਾਂ ਦੇ ਜਾਂ ਕਿਸੇ ਹੋਰ ਜਾਨਵਰ ਦੇ ਆਲ੍ਹਣੇ ਵਿੱਚ ਰੱਖ ਦਿੰਦੀ ਹੈ ਤੇ ਕੋਇਲ ਦਾ ਬੱਚਾ ਜਦੋਂ ਜਨਮ ਲੈਂਦਾ ਹੈ ਜਾਂ ਕਾਂ ਦੇ ਬੱਚਿਆਂ ਨੂੰ ਗਿਰਾ ਦਿੰਦੀ ਹੈ। ਮੈਂ ਉਹਦੇ ਬਾਰੇ ਪੜ੍ਹਦਾ ਪਿਆ ਸੀ ਵੀ ਕਾਰਨ ਕੀ ਹੈ, ਕੋਇਲ ਕਿਉਂ ਇਦਾਂ ਕਰਦੀ ਹੈ। ਵਿਗਿਆਨਿਕ ਤੱਥ ਜਿਹੜੇ ਸਾਹਮਣੇ ਆਏ ਉਹ ਇਹ ਆਏ ਕਿ ਕੋਇਲ ਜਿਹੜੀ ਹੈ ਉਹ ਮਾਸਾਹਾਰੀ ਨਹੀਂ ਹੈ। ਕੋਇਲ ਜਿਹੜੀ ਹੈ ਉਹ ਫਲ ਖਾਂਦੀ ਹੈ। ਕਹਿੰਦੇ ਉਹਦੇ ਵਿੱਚ ਸਮਰੱਥਾ ਹੀ ਨਹੀਂ ਹੁੰਦੀ ਕਿ ਉਹ ਆਪਣੇ ਬੱਚਿਆਂ ਨੂੰ ਉਨਾ ਸੇਕ ਦੇ ਸਕੇ, ਉਨਾ ਟੈਂਪਰੇਚਰ ਪੈਦਾ ਕਰ ਸਕੇ ਕਿ ਆਪਣੇ ਬੱਚਿਆਂ ਦੇ ਅੰਡਿਆਂ ਦੇ ਵਿੱਚੋਂ ਆਪਣੇ ਬੱਚਿਆਂ ਨੂੰ ਪੈਦਾ ਕਰ ਸਕੇ। ਕਹਿੰਦੇ ਕੋਇਲ ਦੀ ਇਹ ਮਜਬੂਰੀ ਹੁੰਦੀ ਹੈ। ਧਿਆਨ ਦੇਣਾ, ਇਹ ਕੋਇਲ ਦੀ ਮਜਬੂਰੀ ਹੁੰਦੀ ਹੈ। ਆ ਜਿਹੜਾ ਪਾਂਡਾ ਹੁੰਦਾ ਹੈ, ਮੈਂ ਇਹਦੇ ਬਾਰੇ ਪੜ੍ਹਦਾ ਪਿਆ ਸੀ, ਚਾਈਨਾ ਵਿੱਚ ਪਾਂਡਾ ਤੁਸੀਂ ਦੇਖਦੇ ਹੋ, ਅਗਰ ਉਹਦੇ 2 ਬੱਚੇ ਹੁੰਦੇ ਨੇ ਤੇ ਮਾਦਾ ਪਾਂਡਾ ਉਹਨਾਂ ਦੋਨਾਂ 'ਚ ਇੱਕ ਬੱਚੇ ਨੂੰ ਰੱਖਦੀ ਹੈ, ਇੱਕ ਨੂੰ ਛੱਡ ਦਿੰਦੀ ਹੈ। ਵਿਗਿਆਨ ਕਹਿੰਦੀ ਹੈ ਕੀ ਕਰੀਏ, ਮਾਂ ਜ਼ਾਲਮ ਨਹੀਂ ਹੈ। ਉਹ ਪਾਂਡਾ ਜਾਨਵਰ ਜਦੋਂ ਬਾਂਸ ਖਾਂਦਾ ਹੈ ਤੇ ਬਾਂਸ ਖੋਖਲਾ, ਨਾ ਉਹ 'ਚ ਕੋਈ ਪ੍ਰੋਟੀਨ ਹੈ, ਨਾ ਕੋਈ ਵਿਟਾਮਿਨ ਹੈ, ਨਾ ਕੋਈ ਤਾਕਤ ਹੈ, ਨਾ ਕੋਈ એનર્ਜੀ ਹੈ। ਕਹਿੰਦੇ ਉਹ ਮਾਂ ਨੇ 8 ਸਾਲ ਤੱਕ ਆਪਣੇ ਨਾਲ, 8 ਮਹੀਨੇ ਤੱਕ ਬੱਚੇ ਨੂੰ ਆਪਣੇ ਨਾਲ ਰੱਖਣਾ ਹੁੰਦਾ। ਜੇ ਉਹ 2 ਬੱਚੇ ਰੱਖਦੀ ਹੈ ਕੋਲ ਤਾਂ ਦੋਨੋਂ ਮਰ ਜਾਣਗੇ, ਉਹਨੂੰ ਇੱਕ ਨੂੰ ਚੁਣਨਾ ਪੈਂਦਾ ਹੈ। ਇਹ ਕੁਦਰਤ ਦੇ ਨਿਯਮ ਨੇ ਜਿਹੜੀਆਂ ਪਰਤਾਂ ਵਿਗਿਆਨ ਖੋਲਦੀ ਪਈ ਹੈ ਵੀ ਇਹ ਇਨਸਾਨ ਤੂੰ ਅੱਜ ਤੱਕ ਦੋਸ਼ ਦਿੰਦਾ ਰਿਹਾ ਕਿ ਕੋਇਲ ਜਿਹੜੀ ਹੈ ਉਹ ਦੂਸਰੇ ਦੇ ਬੱਚਿਆਂ ਨੂੰ ਮਾਰਦੀ ਹੈ, ਪਰ ਮੈਨੂੰ ਮਾਫ ਕਰ ਦੇਣਾ, ਉਸ ਜਾਨਵਰ ਦੇ ਬਾਰੇ ਅਸੀਂ ਜੋ ਮਰਜ਼ੀ ਕਹਿੰਦੇ ਰਹੀਏ, ਪਰ ਇਹ ਇਨਸਾਨ ਤੇਰੇ ਨਾਲ ਵੱਡਾ ਜ਼ਾਲਮ ਕਿਹੜਾ ਹੋ ਸਕਦਾ। ਮੇਰੇ ਬੱਚੇ ਤਾਂ ਸਵਿਟਜ਼ਰਲੈਂਡ ਵਿੱਚ ਪੜ੍ਹਨੇ ਚਾਹੀਦੇ ਆ, ਲੋਕਾਂ ਦੇ ਬੱਚੇ ਸੜਕਾਂ ਤੇ ਜਾ ਰਹੇ ਆ, ਦਿਨ ਰਾਤ ਧੱਕੇ ਖਾ ਰਹੇ ਆ, ਮਰਦੇ ਪਏ ਆ, ਭੁੱਖੇ ਆ, ਸਾਨੂੰ ਕੀ ਫਰਕ ਪੈਂਦਾ ਹੈ। ਮਨੁੱਖ ਨਾਲ ਵੱਡਾ ਜ਼ਾਲਮ ਕਿਹੜਾ ਹੋ ਸਕਦਾ ਹੈ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਉਹਨਾਂ ਦੇ ਜੀਵਨ ਨੂੰ ਜਦੋਂ ਅਸੀਂ ਪੜ੍ਹ ਕੇ ਦੇਖਦੇ ਹਾਂ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਸ਼ਹਾਦਤ ਦਾ ਸਭ ਤੋਂ ਵੱਡਾ ਜਿਹੜਾ ਕਾਰਨ ਬਣਿਆ, ਉਹ ਕਾਰਨ ਇਹ ਸੀ, ਬੜੇ ਧਿਆਨ ਨਾਲ ਸੁਣਨਾ ਸਾਧ ਸੰਗਤ ਜੀ, ਬੜੇ ਪਿਆਰ ਨਾਲ ਸੁਣਨਾ। ਤੁਸੀਂ ਬਿਲਕੁਲ ਸਾਇਲੈਂਟ ਹੋ, ਕੋਈ ਕੰਮ ਧੰਦਾ ਨਹੀਂ ਕਰਦੇ, ਮੰਦਰ ਜਾਂਦੇ ਹੋ, ਮਸਜਿਦ ਜਾਂਦੇ ਹੋ, ਗੁਰਦੁਆਰੇ ਜਾਂਦੇ ਹੋ, ਧਾਰਮਿਕ ਥਾਂ ਤੇ ਕਿਤੇ ਵੀ ਜਾਂਦੇ ਹੋ, ਲੋਕੀ ਕਹਿਣਗੇ ਬੰਦਾ ਬਹੁਤ ਵਧੀਆ। ਪਰ ਜਦੋਂ ਹੀ ਤੁਸੀਂ ਧਰਮ ਦੇ ਖੇਤਰ ਦੇ ਵਿੱਚ ਕੁਝ ਚੰਗਾ ਕਰਨਾ ਸ਼ੁਰੂ ਕਰ ਦੇਵੋ ਨਾ, ਤੁਸੀਂ ਚੰਗਾ ਕਰੋਗੇ। ਦੱਦਾ ਦੋਸ਼ ਨਾ ਦਿਉ ਕਿਸੇ ਦੋਸ਼ ਕਰਮਾ ਆਪਣੇ, ਜੋ ਮੈਂ ਕੀਆ ਸੋ ਮੈਂ ਪਾਇਆ। ਮੈਂ ਜੋ ਕੀਤਾ ਮੈਂ ਪਾ ਲਿਆ। ਮੈਂ ਚੰਗਾ ਕੀਤਾ, ਲੋਕਾਂ ਨੇ ਮੇਰੀ ਸ਼ੋਭਾ ਕੀਤੀ, ਮੈਂ ਮਾੜਾ ਕੀਤਾ, ਲੋਕਾਂ ਨੇ ਮੇਰੀ ਬਦਨਾਮੀ ਕੀਤੀ। ਜਦੋਂ ਮਨੁੱਖ ਆਮ ਸਾਇਲੈਂਟ ਇਨਸਾਨ ਤੋਂ ਉੱਚਾ ਉੱਠ ਕੇ ਉਹ ਸਮਾਜ ਦੇ ਪ੍ਰਤੀ ਕੁਝ ਕਰਦਾ ਹੈ ਤੇ ਲੋਕੀ ਉਹਦੀ ਵਾਹ-ਵਾਹ ਕਰਦੇ ਆ। ਇਹ ਮਨੁੱਖ ਦਾ ਸੁਭਾਅ ਹੈ। ਜਦੋਂ ਦੁਨੀਆ ਉਹਦੀ ਵਾਹ-ਵਾਹ ਕਰਦੀ ਹੈ ਤੇ ਜਿਹੜੇ ਬੰਦੇ ਕੁਝ ਵੀ ਕਰਨ ਜੋਗੇ ਨਹੀਂ ਨਾ ਹੁੰਦੇ, ਉਹ ਈਰਖਾ ਕਰਨੀ ਸ਼ੁਰੂ ਕਰ ਦਿੰਦੇ ਆ। ਬੜੇ ਧਿਆਨ ਨਾਲ ਸੁਣਨਾ, ਇਹ ਮਨੁੱਖੀ ਸੁਭਾਅ ਹੈ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਹਾਦਤ ਦਾ ਕਾਰਨ ਕੀ ਹੈ? ਕਦੀ ਉਹ ਸਮਾਂ ਸੀ ਜਦੋਂ ਭਗਤ ਨਾਮਦੇਵ ਵਰਗਿਆਂ ਨੂੰ ਕੱਢਿਆ ਗਿਆ ਮੰਦਰਾਂ ਚੋਂ ਬਾਹਰ, ਪਰ ਉਹ ਭਗਤ ਨਾਮਦੇਵ ਵਰਗਿਆਂ ਦੀ ਬਾਣੀ ਨੂੰ ਜਦੋਂ ਇਕੱਤਰ ਕੀਤਾ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਹਿ ਦਿੱਤਾ ਸੀ, ਭਗਤ ਨਾਮਦੇਵ ਜੀ ਤੂੰ ਸਾਨੂੰ ਧੱਕੇ ਦੇ ਕੇ ਮੰਦਰਾਂ ਵਿੱਚੋਂ ਬਾਹਰ ਕੱਢ ਦਿੱਤਾ, ਪਰ ਅਸੀਂ ਵੀ ਵਾਅਦਾ ਕਰਦੇ ਹਾਂ ਤੁਹਾਡੇ ਆ ਬੋਲਾਂ ਨੂੰ, ਤੁਹਾਡੀ ਬਾਣੀ ਨੂੰ ਸ੍ਰੀ ਹਰਮੰਦਰ ਸਾਹਿਬ ਵਿੱਚ ਟਿਕਾ ਦੇਵਾਂਗੇ, ਜਿੱਥੇ ਵੱਡੇ ਤੋਂ ਵੱਡੇ ਵੀ ਬਾਦਸ਼ਾਹ ਆ ਕੇ ਨਮਸਕਾਰ ਕਰਿਆ ਕਰਨਗੇ। ਹੁਣ ਇਹ ਕੰਮ ਸੀ ਗੁਰੂ ਅਰਜਨ ਦੇਵ ਮਹਾਰਾਜ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਉਹ ਮਹਾਨ ਸ਼ਖਸੀਅਤ ਨੇ ਜਿਨ੍ਹਾਂ ਨੇ ਸ੍ਰੀ ਹਰਮੰਦਰ ਸਾਹਿਬ ਦੀ ਸਿਰਜਣਾ ਕੀਤੀ ਤੇ 4 ਦਰਵਾਜ਼ੇ ਰੱਖੇ, ਜਿਹੜਾ ਮਰਜ਼ੀ ਜਿਸ ਦਰਵਾਜ਼ੇ ਤੋਂ ਆਵੇ। ਅੱਜ ਵੀ ਕਰੇਟ ਗੱਡਾ ਨਾਂ ਦਾ ਮੰਦਿਰ ਦੱਖਣ ਦੀ ਧਰਤੀ ਤੇ ਗਰੀਬ ਲੋਕ, ਉਸ ਸ਼ੂਦਰ ਲੋਕ ਉਸ ਮੰਦਿਰ ਵਿੱਚ ਮੱਥਾ ਨਹੀਂ ਜੀ ਟੇਕ ਸਕਦੇ। ਅੱਜ ਵੀ ਤੇਲੰਗਾਨਾ ਨਾਂ ਦੀ ਸਟੇਟ, ਜਿਹਦੇ ਵਿੱਚ ਜਦੋਂ ਕਿਸੇ ਵੱਡੇ ਉੱਚੀ ਜਾਤ ਦੇ ਜ਼ਿਮੀਂਦਾਰ ਦੇ ਘਰ ਦੇ ਸਾਹਮਣੇ ਬਰਾਤ ਲੰਘਣੀ ਹੈ ਕਿਸੇ ਸ਼ੂਦਰ ਦੀ, ਤਾਂ ਉਹਨੂੰ ਘੋੜੀ ਤੋਂ ਥੱਲੇ ਉਤਰਨਾ ਪੈਂਦਾ, ਨਹੀਂ ਤਾਂ ਉਹਨੂੰ ਕੁੱਟ ਕੇ ਮਾਰ ਦਿੱਤਾ ਜਾਂਦਾ। ਜੁੱਤੀਆਂ ਲਾ ਕੇ ਉਹਨਾਂ ਦੀ ਹਵੇਲੀ ਦੇ ਵਿੱਚੋਂ ਲੰਘਣਾ ਪੈਂਦਾ ਹੈ, ਨਹੀਂ ਤਾਂ ਉਹਨਾਂ ਲੋਕਾਂ ਨੂੰ ਜਿਹੜਾ ਹੈ ਸਜ਼ਾ ਦਿੱਤੀ ਜਾਂਦੀ ਹੈ। ਇਹ ਅੱਜ ਦੀਆਂ ਗੱਲਾਂ ਨੇ ਜੋ ਤੁਸੀਂ ਰੋਜ਼ ਟੀਵੀ 'ਚ ਸੁਣਦੇ ਹੋ, ਦੇਖਦੇ ਹੋ।
गुरु अर्जन देव सच्चे पातशाह ने उन्हां गरीबां मजलूमां नूं गले लगाया ਜਿਹੜੇ ਲੋਕੀ ਵਹਿਮਾਂ ਭਰਮਾਂ ਪਖੰਡਾਂ ਵਿੱਚ ਪਏ ਹੋਏ ਸੀ, ਉਹਨਾਂ ਨੂੰ ਜਦੋਂ ਸੱਚ ਦਾ ਮਾਰਗ ਦਿਖਾਇਆ ਤੇ ਬੜੇ ਧਿਆਨ ਨਾਲ ਸੁਣਨਾ ਗੁਰਮੁਖੋ, ਬੜੇ ਧਿਆਨ ਨਾਲ ਸੁਣਨਾ। ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਖਸੀਅਤ ਤੋਂ ਕਿੰਨੀ ਕੁ ਪ੍ਰਭਾਵਿਤ ਹੋਈ ਹੈ ਦੁਨੀਆ। ਭਾਈ ਲੰਗਾਹਾ ਚਬਾਲ ਪਿੰਡ ਤਰਨਤਾਰਨ ਸਾਹਿਬ ਦਾ ਇਲਾਕਾ, ਬਾਬਾ ਬੁੱਢਾ ਸਾਹਿਬ ਦੀ ਬੀੜ ਜਿਹਨੂੰ ਅਸੀਂ ਕਹਿੰਦੇ ਹਾਂ, ਇਸ ਚਬਾਲ ਪਿੰਡ ਦਾ 84 ਪਿੰਡਾਂ ਦਾ ਮਾਲਕ ਹੈ ਚੌਧਰੀ ਲੰਗਾਹਾ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਪਦੇਸ਼ ਨੂੰ ਸੁਣਿਆ, 84 ਦੇ 84 ਪਿੰਡਾਂ ਦਾ ਮਾਲਕ ਗੁਰੂ ਮਹਾਰਾਜ ਜੀ ਦਾ ਸਿੱਖ ਬਣ ਜਾਂਦਾ ਹੈ। 72 ਪਿੰਡਾਂ ਦਾ ਮਾਲਕ ਹੈ ਚੌਧਰੀ ਮੰਝ। ਜਦੋਂ ਅਸੀਂ ਚੰਡੀਗੜ੍ਹ ਤੋਂ ਪਠਾਨਕੋਟ ਜਾਣਾ ਹੋਵੇ ਬਾਇਆ ਰੋਪੜ ਵਾਲੇ ਪਾਸਿਓਂ, ਤੇ ਹੁਸ਼ਿਆਰਪੁਰ ਤੋਂ ਦਸੂਹੇ ਦੇ ਵਿਚਕਾਰ ਦੋ ਛੋਟੇ ਛੋਟੇ ਕਸਬੇ ਆਉਂਦੇ ਨੇ, ਗੜਦੀ ਵਾਲਾ ਆਉਂਦਾ ਹੈ, ਹਰਿਆਣਾ ਤੇ ਭੁੰਗਾ ਆਉਂਦਾ ਹੈ। ਹਰਿਆਣੇ ਦੇ ਕੋਲ ਇੱਕ ਪਿੰਡ ਹੈ, ਉਹਦਾ ਨਾਮ ਹੈ ਤੰਗਮਈ। ਇਸ ਤੰਗਮਈ ਪਿੰਡ ਦਾ ਜਿਹੜਾ ਚੌਧਰੀ ਹੈ, ਜਿਹਦਾ ਨਾਮ ਹੈ ਭਾਈ ਮੰਝ, ਇਹ ਭਾਈ ਮੰਝ ਕਬਰਾਂ ਨੂੰ ਪੂਜਣ ਵਾਲਾ ਸੀ, ਸਖੀ ਸਰਵਣ ਨੂੰ ਪੂਜਣ ਵਾਲਾ ਸੀ। ਜਦੋਂ 84 ਪਿੰਡਾਂ ਦਾ ਮਾਲਕ ਭਾਈ ਲੰਗਾਹਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਰਧਾਲੂ ਬਣ ਗਿਆ, ਪਿੰਡ ਦਾ ਕੋਈ ਚੌਧਰੀ ਹੋਵੇ ਇੱਕ ਪਿੰਡ ਦਾ, ਤੇ ਉਹਦੀ ਗੱਲ ਬੜੀ ਦੂਰ ਤੱਕ ਹੁੰਦੀ ਹੈ। ਧਿਆਨ ਦੇਣਾ, 10 ਪਿੰਡਾਂ ਦਾ ਮਾਲਕ ਹੋਵੇ ਤਾਂ ਉਹਦੀ ਗੱਲ ਤਾਂ ਪੂਰੇ ਇਲਾਕੇ 'ਚ ਹੁੰਦੀ ਹੈ। ਜਿਹੜਾ 84 ਪਿੰਡਾਂ ਦਾ ਮਾਲਕ ਹੋਵੇਗਾ, ਉਹਦੀ ਗੱਲ ਲਾਹੌਰ ਵੀ ਹੋਵੇਗੀ, ਉਹਦੀ ਦਿੱਲੀ ਵੀ ਹੋਵੇਗੀ। 84 ਪਿੰਡ ਕੋਈ ਥੋੜੀ ਜਾਇਦਾਦ ਹੁੰਦੀ ਹੈ, 84 ਪਿੰਡ। ਹੁਣ 84 ਪਿੰਡਾਂ ਦਾ ਮਾਲਕ ਜਦੋਂ ਆਪਣਾ ਧਰਮ ਛੱਡ ਕੇ ਸਿੱਖ ਧਰਮ ਨੂੰ ਅਪਣਾ ਕੇ ਗੁਰੂ ਘਰ ਵਿੱਚ ਸੇਵਾ ਕਰਦਾ ਪਿਆ, ਤੇ ਰਿਪੋਰਟਾਂ ਲਾਹੌਰ ਪਹੁੰਚਦੀਆਂ ਪਈਆਂ। 72 ਪਿੰਡਾਂ ਦਾ ਮਾਲਕ ਚੌਧਰੀ ਮੰਝ ਕਬਰਾਂ ਨੂੰ ਤੋੜ ਤਾੜ ਕੇ ਸਭ ਖਤਮ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਡਿੱਗ ਪੈਂਦਾ। ਮੈਂ ਤਾਂ ਅੱਜ ਵੀ ਕਈ ਵਾਰ ਕਹਿੰਦਾ ਹੁੰਨਾ, ਪਤਾ ਨਹੀਂ ਕਿੰਨੇ ਕਿ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਹੈ। ਅੱਜ ਤੁਹਾਨੂੰ ਪਤਾ ਹੈ ਸਿੱਖ ਧਰਮ ਦੇ ਵਿੱਚ ਸਭ ਤੋਂ ਵੱਧ ਜਿਹੜੀਆਂ ਸੁਸਾਇਟੀਆਂ ਬਣੀਆਂ ਹੋਈਆਂ ਨਾ, ਸੰਸਥਾ ਸ੍ਰੀ ਸੁਖਮਨੀ ਸਾਹਿਬ ਦੇ ਨਾਂ ਤੇ ਬਣੀ ਹੋਈ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਿੰਘ ਸਭਾਵਾਂ ਦੇ ਨਾਲੋਂ ਵੀ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ ਉਹ ਸੁਖਮਨੀ ਸਾਹਿਬ ਦੇ ਨਾਂ ਤੇ ਬਣੀਆਂ ਹੋਈਆਂ। ਮੁਬਾਰਕ ਹੈ, ਤੇ ਸੁਖਮਨੀ ਸਾਹਿਬ ਦੇ ਪਾਠ ਅਸੀਂ ਸਾਰੇ ਕਰਦੇ ਹਾਂ, ਪਰ ਪਤਾ ਨਹੀਂ ਕਿੰਨੇ ਕੁ ਪਾਠ ਕਰਕੇ ਤੇ ਕਿੰਨੇ ਕੁ ਗੁਟਕਾ ਸਾਹਿਬ ਬਿਰਧ ਹੋ ਗਏ। ਮੁਬਾਰਕ ਹੈ, ਜੇ ਮੇਰੇ ਵਰਗਾ ਪਖੰਡੀ ਆਪ ਨਹੀਂ ਕਰ ਸਕਦਾ ਤੇ ਮੈਨੂੰ ਕੋਈ ਹੱਕ ਨਹੀਂ। ਮੈਂ ਲੋਕਾਂ ਨੂੰ ਵੀ ਆਖਾਂ, ਸੰਗਤਾਂ ਨੂੰ ਵੀ ਆਖਾਂ ਕਿ ਤੁਸੀਂ ਪਾਠ ਨਾ ਕਰਿਆ ਕਰੋ, ਇੰਜ ਨਾ ਕਰਿਆ ਕਰੋ। ਜਿੰਨੀ ਬਾਣੀ ਪੜ੍ਹੀ ਜਾਂਦੀ ਆ ਉਨੀ ਪੜਿਆ ਕਰੋ। ਮੁਬਾਰਕ ਹੈ, ਬਾਣੀ ਨਾਲ ਨਹੀਂ ਤੋੜਨਾ, और जो बाणी ना तोड़ता है वो गुरु का सिख हो ही नहीं सकता। बाणी ना जोड़ना है, बाणी तो साडे जीवन का मूल है, बाणी तो साडे जीवन का आसरा है। बाणी ना तोड़ने वाला, अपने ना जोड़ने वाला कम से कम वो गुरु का सिख नहीं हो सकता। एक गल याद रख लेना, असी सुखमनी साहब दी बाणी पढ़ते हैं। मैं कहना 35 अंग बनते हैं गुरु ग्रंथ साहब जी दे। सुखमनी साहब दी बाणी दे 35 अंग, 35 अंगां दे विच असीं जदों महाराज जी दी बाणी पढ़दे हां, बेशक तुसीं सारी बाणी ना भी पढ़ो, पर दो गल्लां याद रखनियां। मानुख की टेक बिरथी सब जान, देवन को एक एक भगवान। आ दो गल्लां नहीं आपां मनदे। साडी सारी उम्र ये दो गल्लां विच निकल जांदी है। एक तां असीं बंदियां दी टेक लैंदे हां, मनुख दी टेक लेंदे हां। दूजा असीं रब दे विश्वास नहीं करदे कि रब सानूं रोजी देण वाला है। सैल पत्थर में जंतु पाए ताका रिज़्क आगे कर धरिया। जिस मालिक ने जीव जंतु जिहड़े है सैल पत्थरां च पैदा कीते, रोज पढ़दे आ शामां वेले रहरास दे विच, पर आपां विश्वास नहीं करदे। हुण गुरु अर्जन देव महाराज समझाउंदे ने, मानुख की टेक बिरथी सब जान, देवन को एक भगवान, देन वाला एक रब है। ते भाई मंझ वर्गियां ने जदों बाणी पढ़ी, बाणी असीं भी पढ़दे हां, पर बाणी भाई मंझ ने भी पढ़ी है। वो इत्थे अड़ गया कि मानुख की टेक बिरथी सब जान, मानुख की टेक बिरथी सब जान। ओ मना, देवन को एक भगवान,
देन वाला तो एक रब है, जिसके दिए रहे अघाए, बहुत न तृष्णा लागे आए, मारे रखे एको आप। मन का किसनाई हाथ, देन वाला मारन वाला रखन वाला इको ही है, बंदे दे हाथ विच है कुछ नहीं। 72 पिंडां दा चौधरी जदों गुरु अर्जन देव महाराज दा सिख सज गया, लोकां ने उन्हां दियां जमीनां नूं उजाड़ के रख दिता। भरियां बनियां होईयां कणक दियां जमीन पैली दे विच बड़ी फसल है, लोकां ने अग ला दित्ती। तबेलियां दे विच घोड़े ने, लोकां ने जहर दे पेड़े दे के, आटे दे पेड़े दे के घोड़े खत्म कर दिते, दुआई पा दित्ती। बड़ा गुरु दा सिख बनिया फिरदा, पीरां नाराज हो गए ना पीर, घोड़े भी मर गए, तवेले खाली हो गए। ओ देखो फसलां खड़ियां नूं अग लग गई, ओ अजे भी मन जा। पर ओदे अंदर इको गल सी कि मानो की टेक बिरथी सब जान, देवन को एक एक भगवान, देन वाला वो एक मालिक है, एक परमेश्वर है, ओदे तो बिना सब झूठ है। अज जदों 72 पिंडां दा चौधरी लोकां ने रोटी बेटी दी सांझ खत्म कर दित्ती, अज 72 पिंडां दा चौधरी जदों अज भरी पंचायत दे विच बैठा होया, ते किसे बुजुर्ग ने आख्या सी, चौधरी मंज कदी तू चौधरी होया करदे सी, लोकी तेरे कोल फैसले कराया करदे सी, लोकां दियां तुसी पंचायतां निवेड़दे सी। अज देख मुजरिम बन के, तेरियां मुश्किलां बन के अज तेनू पंचायत विच बिठाया होया, ओ दस तेनू की मिलिया? ते भाई मंज ने इको गल आखी सी, बेशक अज मैनू कुछ नहीं मिलिया, और मेरी अरदास करियो मैनू गुरु नानक देव महाराज जी दी सिक्खी मिल जाए। आखो सतनाम श्री, अरदास करियो मैनू गुरु नानक देव सच्चे पातशाह दी सिक्खी मिल जावे। और सच करके जानियो दुनिया में सब तो वड्डी जेड़ी दात है वो सिक्खी दी दात है। साडा बच्चा अगर 500 रुपया कमांदा पिया, घर विच सिक्खी दी दात नहीं, रात नूं अधिया पौया शराब पी के घर वड़ेगा, कलेश करेगा। पर जे साडा बच्चा 100 रुपया भी कमांदा पिया, अगर सिक्खी दी दात ओदी झोली विच है, 100 दा 100 रुपया घर लिया के रखावेगा, क्योंकि वो फालतू खर्चे नहीं करेगा, वो खान पीन दी महफिलां विच नहीं बैठेगा। ये सिक्खी दी दात है। धन गुरु अर्जन देव सच्चे पातशाह दी शहादत दा मूल कारण की है? एक पासे 72 पिंडां दे चौधरी, एक पासे 84 पिंडां दे चौधरी, ये सारे दे सारे गुरु दे चरनां ते डिग पे। ते हुकूमतां जेड़ियां सी ना, हुकूमतां उन्हां हुकूमतां नूं डर पैदा हो गया कि जे गुरु अर्जन देव महाराज जी दे घर विच ही एडे वड्डे चौधरी गुरु दे सिख बन के ते साडा धर्म जेड़ा ओ किवें बचेगा। फिर वो भी समा आया जदों चंदू वर्गे ने शिकायतां कीतियां और गुरु अर्जन देव सच्चे पातशाह नूं तत्ती तवी दे उत्ते, लाहौर दी उस धरती दे उत्ते जिथे कदी परोपकारी गुरु ने जेड़ा बख्शिशां कीतियां सी, उस धरती ते जाके मेरे दत्तार ने लंगर लगाए सी, उस धरती ते जाके दवा दारू कीती सी। तत्तियां तवियां दे उत्ते गुरु अर्जन देव महाराज ने बिठा के ते शहीद कर दिता जांदा है। पर एक गल याद रख लेना, गुरु शरीर नहीं है, गुरु एक विचारधारा है। शरीर करके गुरु अर्जन देव महाराज की शहादत होगी, पर जिहड़ी उन्हां दी विचारधारा सी वो अज धन गुरु ग्रंथ साहिब जी दे रूप दे विच साडे सन्मुख है। 30 रागां विच बाणी उच्चारण कीती है गुरु अर्जन देव महाराज जी ने, ते अज उन्हां दी पावन बाणी साडी जिंदगी दा आसरा बन गई है। गुरु कृपा करन, गुरु दे उन्हां बचनां नूं असीं कमा सकीए। आप समूह संगत चलो गुरु घर च बैठी है, जिन्ने भी तुसीं मेरे स्टाफ दे वीर बैठे हो, आप सब दा धन्नवाद। गुरु महाराज कृपा करन, गुरु घर दे सेवादारां दा धन्नवाद और समूह परिवार दा धन्नवाद जिन्हां ने ये आप सेवा जिहड़ी है गुरु अर्जन देव महाराज जी दे शहीदी पुरब दे संबंध दे विच उन्हां वल्लों इस समागम उलीके गए ने और सारियां संगतां घरां विच बैठ
ਕੇ ਆਨਲਾਈਨ ਜਿਹੜਾ ਹੈ YouTube ਦੇ ਉੱਤੇ ਦੇਖ ਰਹੇ ਨੇ। ਅੰਮ੍ਰਿਤ ਗੁਰਬਾਣੀ ਚੈਨਲ ਸਾਡੇ ਸ਼ੇਖਰ ਵੀਰ ਜੀ ਉਹਨਾਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਔਰ ਉੱਚ ਕੋਟੀ ਦੇ ਜਥੇ ਸਾਡੇ ਕੋਲ ਪਹੁੰਚੇ ਨੇ। ਵੀਰ ਜੀ